ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਮੈਂ ਅਨੂ ਸ਼ਰਮਾ ਸਰਕਾਰੀ ਪ੍ਰਾਇਮਰੀ ਮਾਡਲ ਸਕੂਲ ਤੋਂ। ਪਿਆਰੇ ਬੱਚਿਓ, ਸੁੰਦਰ ਲਿਖਾਈ ਕਰਨਾ ਸਾਡੇ ਸਾਰਿਆਂ ਦਾ ਹੀ ਇੱਕ ਸੁਪਨਾ ਹੁੰਦਾ ਹੈ। ਜੇਕਰ ਲਿਖਾਈ ਸੋਹਣੀ ਹੋਵੇਗੀ ਤਾਂ ਵੇਖਣ ਵਾਲੇ ਤੇ ਚੰਗਾ ਪ੍ਰਭਾਵ ਪੈਂਦਾ ਹੈ। ਅੱਜ ਮੈਂ ਤੁਹਾਨੂੰ ਸੋਹਣੀ ਲਿਖਾਈ ਕਰਨ ਦੇ ਕੁਝ ਨੁਕਤੇ ਦੱਸਾਂਗੀ, ਜਿਸ ਨੂੰ ਅਪਣਾ ਕੇ ਤੁਸੀਂ ਸੋਹਣੀ ਲਿਖਾਈ ਕਰ ਸਕਦੇ ਹੋ। ਲਿਖਾਈ ਕਰਨ ਸਮੇਂ ਸਾਨੂੰ ਅੱਖਰਾਂ ਦੀ ਬਣਾਵਟ ਤੇ ਆਕਾਰ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਅੱਖਰਾਂ ਦੇ ਆਕਾਰ ਇੱਕੋ ਜਿਹੇ ਹੋਣੇ ਚਾਹੀਦੇ ਹਨ ਤਾਂ ਕਿ ਜਿਹੜਾ ਲੇਖ ਹੈ ਇੱਕੋ ਸਾਈਜ਼ ਦੇ ਵਿੱਚ ਦਿਖਾਈ ਦੇਵੇ। ਅੱਖਰਾਂ ਦੀ ਬਣਾਵਟ ਲਈ ਕੁਝ ਸਾਵਧਾਨੀਆਂ ਜ਼ਰੂਰ ਹਨ, ਜਿਸ ਨੂੰ ਵਰਤ ਕੇ ਅਸੀਂ ਆਪਣੀ ਲਿਖਾਈ ਸੋਹਣੀ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਜਿਹੜੇ ਛੋਟੇ ਬੱਚੇ ਨੇ, ਸ਼ੁਰੂ ਦੇ ਸਮੇਂ ਅਸੀਂ ਉਹਨਾਂ ਨੂੰ ਇੱਕ ਬਿੰਦੂ ਲਗਾ ਕੇ ਸਿੱਧੀਆਂ, ਟੇਢੀਆਂ, ਲੇਟਵੀਆਂ ਤੇ ਗੁਲਾਈਆਂ ਦਾ ਅਭਿਆਸ ਕਰਵਾ ਸਕਦੇ ਹਾਂ। ਲਿਖਾਈ ਕਰਨ ਸਮੇਂ ਸਭ ਤੋਂ ਪਹਿਲਾਂ ਥਿਰ ਤੇ ਸਹਿਜ ਹੋ ਕੇ ਲਿਖਣਾ ਚਾਹੀਦਾ ਹੈ। ਭਾਵ ਇਹ ਹੈ ਕਿ ਸਾਡੇ ਮਨ ਦੇ ਵਿੱਚ ਥਿਰ ਠਹਿਰਾਵ ਹੋਣਾ ਚਾਹੀਦਾ ਹੈ। ਸਾਨੂੰ ਕਾਲੀ ਕਾਲੀ ਨਹੀਂ ਲਿਖਣਾ ਚਾਹੀਦਾ। ਅਸੀਂ ਇਹ ਨਾ ਸੋਚੀਏ ਕਿ ਕਾਲੀ ਕਾਲੀ ਲਿਖਣ ਦੇ ਨਾਲ ਅਸੀਂ ਲਿਖ ਕੇ ਛੇਤੀ ਕੰਮ ਖਤਮ ਕਰ ਦਈਏ। ਉਸ ਨਾਲ ਕੀ ਹੋਏਗਾ ਕਿ ਲਿਖਾਈ ਬਿਲਕੁਲ ਵੀ ਸੋਹਣੀ ਨਹੀਂ ਆਏਗੀ। ਇਸ ਲਈ ਲਿਖਾਈ ਕਰਨ ਸਮੇਂ ਠਹਿਰਾਵ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ, ਬੈਠਣ ਦਾ ਤਰੀਕਾ। ਕਈ ਵਾਰ ਅਸੀਂ ਬਹੁਤ ਜ਼ਿਆਦਾ ਝੁਕ ਕੇ ਬੈਠਦੇ ਹਾਂ ਜਾਂ ਫਿਰ ਜ਼ਿਆਦਾ ਸਟ੍ਰੇਟ ਹੋ ਕੇ ਲਿਖਦੇ ਹਾਂ, ਸਿੱਧੇ ਹੋ ਕੇ। ਇਸ ਨਾਲ ਵੀ ਲਿਖਾਈ ਸੋਹਣੀ ਨਹੀਂ ਆਉਂਦੀ। ਕਾਪੀ ਤੋਂ ਅੱਖਾਂ ਦੀ ਦੂਰੀ। ਜਦੋਂ ਅਸੀਂ ਲਿਖ ਰਹੇ ਹਾਂ, ਆਪਣੀਆਂ ਅੱਖਾਂ ਨੇ ਉਹਦੀ ਔਰ ਕਾਪੀ ਦੇ ਵਿਚਕਾਰ 1 ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ। ਠੀਕ ਹੈ ਬੱਚੇ, ਆ ਦੇਖੋ ਹੁਣ ਮੈਂ ਲਿਖ ਰਹੀ ਹਾਂ ਤੇ ਲਿਖਣ ਵੇਲੇ ਨਾ ਤਾਂ ਅਸੀਂ ਬਿਲਕੁਲ ਸਟ੍ਰੇਟ ਹੋ ਕੇ ਬੈਠ ਰਹੇ ਹਾਂ ਔਰ ਨਾ ਹੀ ਬਿਲਕੁਲ ਝੁਕ ਕੇ ਤੁਸੀਂ ਬੈਠਣਾ ਹੈ। ਠੀਕ ਹੈ। ਉਸ ਤੋਂ ਬਾਅਦ ਹੈ ਪੈਨ ਦੀ ਪਕੜ। ਕਈ ਵਾਰ ਕੀ ਹੁੰਦਾ, ਅਸੀਂ ਪੈਨ ਨੂੰ ਬੜੀ ਹੀ ਘੁੱਟ ਕੇ ਫੜ ਲੈਂਦੇ ਹਾਂ ਲਿਖਣ ਵੇਲੇ ਔਰ ਉਹਨੂੰ ਘੁੱਟ ਕੇ ਲਿਖਦੇ ਹਾਂ, ਜਿਹਦੇ ਨਾਲ ਕੀ ਹੁੰਦਾ ਹੈ ਕਿ ਸਾਡੀ ਜਿਹੜੀ ਉਂਗਲੀਆਂ ਹੁੰਦੀਆਂ ਉਹਨਾਂ ਤੇ ਦਬਾਅ ਆ ਜਾਂਦਾ ਹੈ। ਇਸ ਨਾਲ ਵੀ ਜਿਹੜੀ ਅੱਖਰਾਂ ਦੀ ਬਣਾਵਟ ਅੱਛੀ ਨਹੀਂ ਬਣਦੀ। ਪੈਨ ਨੂੰ ਤੁਸੀਂ ਬੜੇ ਹੀ ਸਰਲ ਤਰੀਕੇ ਦੇ ਨਾਲ ਉਸ ਨੂੰ ਪਕੜਨਾ ਹੈ ਔਰ ਅੱਖਰਾਂ ਦੀ ਬਣਾਵਟ ਬਣਾਉਣੀ ਹੈ। ਆ ਦੇਖੋ ਬੱਚੇ, ਮੈਂ ਇੱਕ ਅੱਖਰ ਤੁਹਾਨੂੰ ਲਿਖ ਕੇ ਦਿਖਾ ਰਹੀ ਹਾਂ, ਜਿਵੇਂ ਹੈ ਐੜਾ। ਇਹਦੇ ਵਿੱਚ ਦੇਖੋ ਬੇਟਾ ਕਿ ਮੈਂ ਬੜੇ ਹੀ ਆਰਾਮ ਦੇ ਨਾਲ ਪੈਨ ਨੂੰ ਪਕੜਿਆ ਹੋਇਆ। ਕੋਈ ਪੈਨ ਦੇ ਉੱਪਰ ਕੋਈ ਇੰਨਾ ਦਬਾਅ ਨਹੀਂ ਪਾ ਕੇ ਲਿਖਣਾ ਕਿ ਤੁਹਾਡਾ ਜਿਹੜਾ ਲਿਖਿਆ ਹੋਇਆ ਅਗਲੇ ਪੇਜ ਦੇ ਉੱਪਰ ਛਪ ਜਾਵੇ। ਉਸ ਤੋਂ ਬਾਅਦ ਹੈ ਬੇਟਾ ਕਾਪੀ ਦੀ ਸਥਿਤੀ। ਜਦੋਂ ਅਸੀਂ ਸੋਹਣੀ ਲਿਖਾਈ ਕਰਨਾ ਹੈ ਤੇ ਕਾਪੀ ਜਿਹੜੀ ਹੈਗੀ ਹੈ ਉਹ 45 ਡਿਗਰੀ ਦੇ ਕੋਣ ਤੇ ਕਾਪੀ ਨੂੰ ਅਸੀਂ ਰੱਖਣਾ ਹੈ। ਜੇ ਅਸੀਂ ਰਾਈਟ ਹੈਂਡ ਦੇ ਨਾਲ, ਸੱਜੇ ਹੱਥ ਨਾਲ ਲਿਖ ਰਹੇ ਹਾਂ ਤੇ ਕਾਪੀ ਦਾ ਜਿਹੜਾ ਸੱਜਾ ਹਿੱਸਾ ਹੈ, ਆ ਦੇਖੋ ਬੇਟਾ ਮੈਂ ਕਾਪੀ ਪਕੜੀ ਹੋਈ ਹੈ, ਇੱਕ ਪੇਜ ਲਿਆ ਮੈਂ ਜਦੋਂ ਲਿਖਾਈ ਲਿਖਣ ਲੱਗੀ ਹਾਂ ਤੇ ਕਾਪੀ ਦਾ ਜਿਹੜਾ ਆਹ ਵਾਲਾ ਸੱਜਾ ਹਿੱਸਾ ਹੈ ਇਹ ਥੋੜਾ ਜਿਹਾ ਉੱਪਰ ਨੂੰ ਹੋਏਗਾ। 45 ਡਿਗਰੀ ਦੇ ਕੋਣ ਕਿਵੇਂ ਬਣਾਉਣਾ ਹੈ, ਇਹ ਥੋੜਾ ਜਿਹਾ ਉੱਪਰ ਹੋਏਗਾ। ਜੇ ਮੈਂ ਲੈਫਟ ਹੈਂਡਡ ਹਾਂ ਤੇ ਜਿਹੜਾ ਕਾਪੀ ਦਾ ਖੱਬਾ ਹਿੱਸਾ ਹੈ ਤੇ ਉਹਨੂੰ ਅਸੀਂ ਥੋੜਾ ਜਿਹਾ ਉੱਪਰ ਕਰਾਂਗੇ। ਉੱਪਰ ਕਰਕੇ 45 ਡਿਗਰੀ ਦੇ ਕੋਣ ਦੇ ਉੱਪਰ ਅਸੀਂ ਕਾਪੀ ਨੂੰ ਰੱਖਾਂਗੇ। ਠੀਕ ਹੈ, ਪਤਾ ਲੱਗ ਗਿਆ ਵੀ ਜੇ ਅਸੀਂ ਸੱਜੇ ਹੱਥ ਨਾਲ ਲਿਖਣਾ ਹੈ ਤੇ ਕਾਪੀ ਦਾ ਸੱਜਾ ਹਿੱਸਾ ਥੋੜਾ ਜਿਹਾ ਉੱਪਰ ਹੋਣਾ ਚਾਹੀਦਾ ਹੈ। ਜੇ ਖੱਬੇ ਹੱਥ ਨਾਲ ਅਸੀਂ ਲਿਖਦੇ ਹਾਂ ਤੇ ਖੱਬਾ ਹਿੱਸਾ ਥੋੜਾ ਜਿਹਾ ਉੱਪਰ ਵੱਲ ਨੂੰ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਬੱਚੇ, ਜਦੋਂ ਅਸੀਂ ਲਿਖਾਈ ਸ਼ੁਰੂ ਕਰਦੇ ਹਾਂ, ਅੱਖਰ ਜਿਹੜੇ ਨੇ ਇੱਕ ਦੂਜੇ ਦੇ ਨਾਲ ਜੁੜੇ ਨਹੀਂ ਹੋਣੇ ਚਾਹੀਦੇ। ਉਹਨਾਂ ਦੇ ਵਿੱਚ ਫਾਸਲਾ ਹੋਣਾ ਚਾਹੀਦਾ ਹੈ। ਅੱਖਰ ਔਰ ਅੱਖਰ ਦੇ ਵਿਚਕਾਰ ਫਾਸਲਾ ਰੱਖੋ, ਸ਼ਬਦ ਔਰ ਸ਼ਬਦ ਦੇ ਵਿਚਕਾਰ ਫਾਸਲਾ ਹੋਣਾ ਚਾਹੀਦਾ ਹੈ। ਮਤਲਬ ਕਿ ਅੱਖਰ ਇੱਕ ਦੂਜੇ ਦੇ ਉੱਪਰ ਨਾ ਜੁੜੇ ਹੋਏ ਨਾ ਹੋਣ। ਆ ਦੇਖੋ ਬੇਟਾ, ਜਿਵੇਂ ਮੈਂ ਹੁਣ ਇੱਕ ਅੱਖਰ ਲਿਖ ਰਹੀ ਹਾਂ, ਆ ਦੇਖੋ ਹੁਣ ਇਸ ਅੱਖਰ ਰਾਰੇ ਦੇ ਵਿਚਕਾਰ, ਠੀਕ ਹੈ, ਔਰ ਦੂਸਰਾ ਮੈਂ ਲਿਖ ਰਹੀ ਹਾਂ ਮੰਮਾ। ਹੁਣ ਇਹਨਾਂ ਦੋਨਾਂ ਅੱਖਰਾਂ ਦੇ ਵਿਚਕਾਰ ਵਿੱਥ ਹੈ। ਅਸੀਂ ਰਾਰੇ ਔਰ ਮੰਮੇ ਨੂੰ ਇਕੱਠਾ ਨਹੀਂ ਲਿਖਣਾ। ਠੀਕ ਹੈ ਜੀ। ਇਸੇ ਤਰ੍ਹਾਂ ਹੀ ਅਸੀਂ ਜਦੋਂ ਸ਼ਬਦ ਕੋਈ ਲਿਖਣਾ ਹੈ ਤੇ ਸ਼ਬਦਾਂ ਦੇ ਵਿਚਕਾਰ ਵੀ ਫਰਕ ਹੋਣਾ ਚਾਹੀਦਾ ਹੈ, ਅੰਤਰ ਹੋਣਾ ਚਾਹੀਦਾ ਹੈ। ਆ ਦੇਖੋ ਬੇਟਾ, ਮੈਂ ਤੁਹਾਨੂੰ ਇੱਕ ਸ਼ਬਦ ਵੀ ਲਿਖ ਕੇ ਦਿਖਾ ਰਹੀ ਹਾਂ। ਇਸ ਸ਼ਬਦ ਦੇ ਵਿਚਕਾਰ ਔਰ ਜਿਹੜਾ ਅਗਲਾ ਸ਼ਬਦ ਮੈਂ ਲਿਖਿਆ, ਇਹਨਾਂ ਦੋਨਾਂ ਦੇ ਵਿਚਕਾਰ ਵਿੱਥ ਹੋਣੀ ਚਾਹੀਦੀ ਹੈ। ਜਦੋਂ ਅਸੀਂ ਐੜਾ, ਚੱਚਾ, ਦੱਦਾ, ਢੱਡਾ, ਮੰਮਾ ਲਿਖਦੇ ਹਾਂ
ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਉਹਨਾਂ ਦੇ ਵਿਚਕਾਰ ਮੋਰੀਆਂ ਨਹੀਂ ਹੋਣੀਆਂ ਚਾਹੀਦੀਆਂ। ਦੇਖੋ ਬੇਟਾ, ਐੜਾ ਲਿਖ ਰਹੀ ਹਾਂ ਮੈਂ, ਐੜੇ ਦੇ ਵਿਚਕਾਰ ਕਿਤੇ ਵੀ ਮੋਰੀ ਨਹੀਂ ਹੈ। ਜਦੋਂ ਤੁਸੀਂ ਲਿਖਦੇ ਆ, ਦੇਖੋ ਤੁਸੀਂ ਕਿਵੇਂ ਲਿਖਦੇ ਹੋ, ਐੜੇ ਦੇ ਵਿਚਕਾਰ ਲਿਖਣ ਲੱਗੇ ਦੇਖੋ ਦੋਨੇ ਮੋਰੀਆਂ ਬਣਾਤੀਆਂ। ਕਦੇ ਵੀ ਅਸੀਂ ਲਿਖਣ ਲੱਗੇ ਸੋਹਣੀ ਲਿਖਾਈ ਕਰਨ ਸਮੇਂ ਇਹਨਾਂ ਦੇ ਵਿਚਕਾਰ ਮੋਰੀਆਂ ਨਹੀਂ ਬਣਾਉਣੀਆਂ। ਮੰਮਾ ਲਿਖਣਾ ਹੈ, ਮੰਮੇ ਦੇ ਵਿਚਕਾਰ ਮੋਰੀ ਬਿਲਕੁਲ ਨਹੀਂ ਹੁੰਦੀ। ਵੱਧ ਤੋਂ ਵੱਧ ਤੁਸੀਂ ਅਭਿਆਸ ਕਰਨਾ ਹੈ। ਉਸ ਤੋਂ ਬਾਅਦ ਹੈ ਕੰਨਾ। ਜਦੋਂ ਵੀ ਅਸੀਂ ਕਿਸੇ ਅੱਖਰ ਦੇ ਨਾਲ ਕੰਨਾ ਲਗਾਉਣਾ ਹੈ ਬੇਟਾ, ਕੰਨਾ ਲਗਾਉਂਦੇ ਸਮੇਂ ਅਸੀਂ ਕੰਨਾ ਪੂਰੇ ਅੱਖਰ ਦੇ ਬਰਾਬਰ ਤੱਕ ਨਹੀਂ ਲੱਗੇਗਾ। ਜਦੋਂ ਵੀ ਕੋਈ ਅੱਖਰ ਲਿਖਣਾ ਹੈ, ਅੱਖਰ ਦੇ ਅੱਧ ਤੱਕ ਕੰਨਾ ਆਏਗਾ। ਜਿਵੇਂ ਦੇਖੋ ਰਾਰਾ ਲਿਖਣਾ ਹੈ, ਰਾਰਾ ਲਿਖਣ ਲੱਗੇ ਤੁਸੀਂ ਕੀ ਕਰਦੇ ਹੋ, ਕੰਨਾ ਪੂਰਾ ਥੱਲੇ ਤੱਕ ਲੈ ਜਾਂਦੇ ਹੋ, ਰਾਰੇ ਤੱਕ ਬਰਾਬਰ ਤੇ, ਉਹ ਤਾਂ ਗੱਗਾ ਬਣ ਜਾਂਦਾ ਹੈ। ਇਸ ਲਈ ਜਦੋਂ ਵੀ ਅਸੀਂ ਰਾਰਾ ਲਿਖਣਾ ਹੈ ਤੇ ਰਾਰੇ ਦੇ ਨਾਲ ਜਿਹੜਾ ਕੰਨਾ ਪਾਣਾ ਹੈ ਉਹ ਅੱਧ ਤੱਕ ਹੋਣਾ ਚਾਹੀਦਾ ਹੈ, ਅੱਖਰ ਦੇ ਅੱਧ ਤੱਕ ਆਉਣਾ ਚਾਹੀਦਾ ਹੈ। ਉਸ ਤੋਂ ਬਾਅਦ ਜੀ ਦੱਦਾ, ਟੈਂਕਾ, ਫੱਫਾ, ਤੱਤਾ, ਡੱਡਾ। ਇਹਨਾਂ ਦੇ ਵਿੱਚ ਦੇਖੋ ਬੇਟਾ ਗੁਲਾਈਆਂ ਦਾ ਧਿਆਨ ਰੱਖੋ, ਵੱਧ ਤੋਂ ਵੱਧ ਅਭਿਆਸ ਕਰੋ ਤਾਂ ਕਿ ਗੁਲਾਈ ਵੱਧ ਤੋਂ ਵੱਧ ਬਣੇ। ਗੁਲਾਈਆਂ ਤੇ ਨੋਬਾਂ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਹੈ। ਗੁਲਾਈ ਦੇ ਨਾਲ ਹੀ ਤੁਹਾਡੇ ਅੱਖਰਾਂ ਦੀ ਬਣਾਵਟ ਸੋਹਣੀ ਬਣੇਗੀ। ਠੀਕ ਹੈ ਬੇਟਾ। ਔਰ ਅਖੀਰਲੀ ਗੱਲ ਇਹ ਹੈ ਕਿ ਜਦੋਂ ਅਸੀਂ ਕਿਸੇ ਵੀ ਅੱਖਰ ਦੇ ਪੈਰਾਂ ਦੇ ਵਿੱਚ ਰਾਰਾ, ਹਾਹਾ ਔਰ ਵਾਵਾ ਲਿਖਦੇ ਹਾਂ ਤੇ ਇਹ ਬਿਲਕੁਲ ਵੀ ਅੱਖਰ ਦੇ ਨਾਲ ਜੁੜੇ ਹੋਏ ਨਹੀਂ ਹੁੰਦੇ। ਥੋੜੀ ਜੀ ਇਹਨਾਂ ਦੇ ਵਿਚਕਾਰ ਵਿੱਥ ਹੁੰਦੀ ਹੈ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਉਸ ਤੋਂ ਬਾਅਦ ਜਦੋਂ ਵੀ ਅੱਖਰ ਅਸੀਂ ਸ਼ੁਰੂ ਕਰਨਾ ਹੈ, ਤੁਸੀਂ ਕੀ ਕਰਦੇ ਹੋ, ਅੱਖਰ ਜਿਵੇਂ ਆ ਦੇਖੋ ਮੈਂ ਲਿਖ ਰਹੀ ਹਾਂ, ਹੈ ਨਾ, ਆ ਅੱਖਰ ਮੈਂ ਲਿਖਿਆ ਹੈ, ਤੁਸੀਂ ਅੱਖਰ ਦੇ ਉੱਪਰ ਜਿਹੜੀ ਲਾਈਨ ਬਣਾਣੀ ਹੈ ਉਹ ਪੂਰੀ ਲਾਈਨ ਪਾਣੀ ਹੈ। ਜਦੋਂ ਅਸੀਂ ਸ਼ੁਰੂਆਤ ਕਰਨੀ ਹੈ ਉਦੋਂ ਵੀ ਅਸੀਂ ਇਹਦੇ ਉੱਪਰ ਇੱਕ ਪੂਰੀ ਲਾਈਨ ਬਣਾਣੀ ਹੈ ਤੇ ਜਦੋਂ ਅਸੀਂ ਅੱਖਰ ਖਤਮ ਕਰਨਾ ਹੈ, ਅੱਖਰ ਦੇ ਖਤਮ ਤੇ ਵੀ ਉੱਪਰ ਇਹਦੇ ਲਾਈਨ ਜ਼ਰੂਰ ਲਗਾਣੀ ਹੈ। ਕਈ ਬੱਚੇ ਇਸ ਗੱਲ ਦਾ ਧਿਆਨ ਨਹੀਂ ਰੱਖਦੇ, ਉਹ ਅੱਖਰ ਲਿਖ ਦਿੰਦੇ ਨੇ, ਬਸ ਓਨੀ ਹੀ ਲਾਈਨ ਲੱਗਦੀ ਹੈ ਜਿੰਨਾ ਅੱਖਰ ਲਿਖਿਆ ਹੁੰਦਾ ਹੈ ਜਾਂ ਸ਼ਬਦ ਲਿਖਿਆ ਹੁੰਦਾ ਹੈ ਨਾ, ਓਨੀ ਹੀ ਲਾਈਨ ਤੁਸੀਂ ਲਗਾ ਦਿੰਦੇ ਹੋ। ਹਮੇਸ਼ਾ ਜਿਹੜੀ ਤੁਸੀਂ ਇੱਥੇ ਲਾਈਨ ਲਗਾਣੀ ਹੈ ਉਹ ਅੱਖਰ ਦੇ ਸ਼ੁਰੂਆਤ ਤੇ ਥੋੜੀ ਜਿਹੀ ਵਧਾ ਕੇ ਲਗਾਣੀ ਹੈ, ਔਰ ਜਿੱਥੇ ਤੁਹਾਡਾ ਸ਼ਬਦ ਖਤਮ ਹੁੰਦਾ ਹੈ ਉੱਥੇ ਥੋੜੀ ਜਿਹੀ ਵਧਾ ਕੇ ਲਾਈਨ ਤੁਸੀਂ ਛੱਡਣੀ ਹੈ। ਪਿਆਰੇ ਬੱਚਿਓ, ਜੇ ਤੁਸੀਂ ਇਹਨਾਂ ਨੁਕਤਿਆਂ ਨੂੰ ਧਿਆਨ ਵਿੱਚ ਰੱਖੋਗੇ ਤਾਂ ਤੁਹਾਡੀ ਲਿਖਾਈ ਬਹੁਤ ਸੋਹਣੀ ਹੋ ਜਾਏਗੀ। ਔਰ ਜਿੰਨਾ ਅਭਿਆਸ ਕਰੋਗੇ, ਵੱਧ ਤੋਂ ਵੱਧ ਅਭਿਆਸ ਕਰਨ ਦੇ ਨਾਲ ਹੀ ਤੁਹਾਨੂੰ ਇਹ ਅੱਖਰਾਂ ਦੀ ਬਣਾਵਟ ਵੀ ਅਸੀਂ ਅੱਖਰ ਕਿਸ ਤਰ੍ਹਾਂ ਲਿਖਣੇ ਹੈ ਤੇ ਤੁਹਾਨੂੰ ਜਾਂਚ ਆ ਜਾਏਗੀ। ਦੇਖੋ ਬੇਟਾ, ਮੈਂ ਕੁਝ ਪ੍ਰੈਕਟਿਸ ਕੀਤੇ ਸੀਗੇ ਪੰਜਾਬੀ ਦੇ ਅੱਖਰ, ਕੁਝ ਸ਼ਬਦ ਲਿਖੇ ਸੀਗੇ, ਕੁਝ ਵਾਕ ਲਿਖੇ ਹੋਏ ਨੇ। ਦੇਖੋ ਜਰਾ, ਮੈਂ ਆਪਦੇ ਵੱਲੋਂ ਥੋੜੀ ਜਿਹੀ ਕੋਸ਼ਿਸ਼ ਕੀਤੀ ਹੈ। ਤੁਸੀਂ ਵੀ ਇਸੇ ਤਰ੍ਹਾਂ ਹੀ ਜਿਹੜੇ ਤੁਹਾਨੂੰ ਮੈਂ ਨੁਕਤੇ ਦੱਸੇ ਹੈ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਤੁਸੀਂ ਅੱਖਰ ਪਾਣੇ ਹੈ। ਠੀਕ ਹੈ ਬੱਚੇ, ਬਹੁਤ ਬਹੁਤ ਧੰਨਵਾਦ ਤੁਹਾਡਾ।